ਆਪ ਸਭ ਨੂੰ ਸਤਿ ਸ਼੍ਰੀ ਅਕਾਲ। ਦੋਸਤੋ, ਅੱਜ ਦੀ ਵੀਡੀਓ ਦੇ ਵਿੱਚ ਗੱਲ ਕਰਾਂਗੇ ਕੱਚੇ ਮੁਲਾਜ਼ਮਾਂ ਨੂੰ ਲੈ ਕੇ ਜੋ ਨਵੀਂ ਪਾਲਿਸੀ ਪੰਜਾਬ ਸਰਕਾਰ ਨੇ ਜਾਰੀ ਕੀਤੀ ਹੈ ਉਸ ਦੇ ਕੀ ਨਿਯਮ ਬਣਾਏ ਗਏ ਨੇ, ਕੀ ਸ਼ਰਤਾਂ ਬਣਾਈਆਂ ਗਈਆਂ ਨੇ ਜਿਸ ਦੇ ਤਹਿਤ ਪੰਜਾਬ ਦੇ ਵਿੱਚ ਕੱਚੇ ਮੁਲਾਜ਼ਮਾਂ ਨੂੰ ਪੱਕੇ ਕੀਤਾ ਜਾਵੇਗਾ। ਦੋਸਤੋ, ਸਕਰੀਨ ਤੇ ਤੁਸੀਂ ਦੇਖ ਸਕਦੇ ਹੋ ਕਿ 16/5/2023 ਨੂੰ ਪੰਜਾਬ ਸਰਕਾਰ ਨੇ ਇਹ ਨਵਾਂ ਖਰੜਾ ਜਿਹੜਾ ਹੈ ਉਹ ਪੇਸ਼ ਕੀਤਾ ਹੈ। ਇਹ ਨਵੀਂ ਪਾਲਿਸੀ ਜਿਹੜੀ ਲੈ ਕੇ ਆਂਦੀ ਗਈ ਹੈ, ਇਸ ਦੇ ਵਿੱਚ ਕੁਝ ਨਿਯਮ ਜਿਹੜੇ ਨੇ ਬਣਾਏ ਗਏ ਨੇ। ਸੋ ਆਓ ਦੇਖਦੇ ਹਾਂ ਕਿ ਪੰਜਾਬ ਦੇ ਵਿੱਚ ਕੱਚੇ ਮੁਲਾਜ਼ਮਾਂ ਨੂੰ ਲੈ ਕੇ ਇਸ ਪਾਲਿਸੀ ਦੇ ਵਿੱਚ ਕੀ ਜਿਹੜੇ ਨਵੇਂ ਰੂਲ ਨੇ। ਇਸ ਨੂੰ ਪੜ੍ਹਨ ਤੋਂ ਪਹਿਲਾਂ ਦੋਸਤੋ ਦੱਸ ਦਿੰਦੇ ਹਾਂ ਕਿ ਇਸ ਪਾਲਿਸੀ ਦਾ ਨਾਮ ਜਿਹੜਾ ਰੱਖਿਆ ਗਿਆ ਵੈਲਫੇਅਰ ਆਫ ਐਡਹੌਕ ਕੰਟਰੈਕਚੁਅਲ ਡੇਲੀ ਵੇਜਸ ਵਰਕ ਚਾਰਜ ਐਂਡ ਟੈਂਪਰੇਰੀ ਇੰਪਲਾਈਜ਼। ਸੋ ਇਹ ਖਰੜਾ ਜਿਹੜਾ ਹੈ, ਇਸ ਖਰੜੇ ਦੇ ਵਿੱਚ ਜਿਹੜੀਆਂ ਸ਼ਰਤਾਂ ਨੇ ਹੁਣ ਇੱਕ ਇੱਕ ਕਰਕੇ ਉਹਨਾਂ ਨੂੰ ਪੜ੍ਹ ਲੈਂਦੇ ਹਾਂ। ਇਸ ਪਾਲਿਸੀ ਨੂੰ ਪੜ੍ਹਨ ਤੋਂ ਬਾਅਦ ਜੋ ਸਮਝ ਆਇਆ ਦੋਸਤੋ ਕਿ ਜਿੰਨੇ ਵੀ ਕੱਚੇ ਮੁਲਾਜ਼ਮ ਨੇ ਜਿਨ੍ਹਾਂ ਦਾ ਜ਼ਿਕਰ ਜਿਹੜਾ ਹੈ ਇਸ ਪਾਲਿਸੀ ਦੇ ਵਿੱਚ ਕੀਤਾ ਗਿਆ ਸੀ ਅਤੇ ਡੀ ਕੈਟਾਗਰੀ ਦੇ ਕਰਮਚਾਰੀ ਹੋਣਗੇ ਜੋ ਇਸ ਪਾਲਿਸੀ ਦਾ ਹਿੱਸਾ ਹੋਣਗੇ ਜਾਂ ਫਿਰ ਇਸ ਪਾਲਿਸੀ ਦੇ ਤਹਿਤ ਪੱਕੇ ਹੋ ਜਾਣਗੇ। ਪੱਕੇ ਵਰਡ ਦੀ ਜੇਕਰ ਗੱਲ ਕਰੀਏ, ਰੈਗੂਲਰ ਹੋਣ ਦੀ ਗੱਲ ਕਰੀਏ ਤਾਂ ਲਗਾਤਾਰ ਪਿਛਲੇ ਕਈ ਸਾਲਾਂ ਦੇ ਵਿੱਚ ਇਹ ਪਾਲਿਸੀਆਂ ਜਿਹੜੀਆਂ ਨੇ ਉਹ ਲੈ ਕੇ ਆਂਦੀਆਂ ਗਈਆਂ ਨੇ ਸਰਕਾਰ ਵੱਲੋਂ, ਪਰ ਕੋਈ ਵੀ ਪਾਲਿਸੀ ਜਿਹੜੀ ਹੈ ਹਜੇ ਤੱਕ ਮੁਕੰਮਲ ਨਹੀਂ ਕਹੀ ਜਾ ਸਕਦੀ ਕਿਉਂਕਿ ਇਸ ਪਾਲਿਸੀ ਦੇ ਤਹਿਤ ਕੋਈ ਵੀ ਕੱਚਾ ਮੁਲਾਜ਼ਮ ਪੱਕਾ ਨਹੀਂ ਕੀਤਾ ਗਿਆ। ਸੋ ਕੁਛ ਨਾ ਕੁਛ ਅੜਚਨਾਂ ਜਿਹੜੀਆਂ ਨੇ ਇਸ ਦੇ ਸਾਹਮਣੇ ਆਉਂਦੀਆਂ ਰਹੀਆਂ ਨੇ। ਹੁਣ ਜੇਕਰ ਇਸ ਪਾਲਿਸੀ ਦੀ ਗੱਲ ਕਰੀਏ ਤਾਂ ਇਸ ਪਾਲਿਸੀ ਦੇ ਅਧੀਨ ਵੀ ਦੇਖਣਾ ਹੋਵੇਗਾ ਕਿ ਕਿੰਨੇ ਕੁ ਕੱਚੇ ਮੁਲਾਜ਼ਮ ਜਿਹੜੇ ਨੇ ਉਹ ਪੱਕੇ ਹੁੰਦੇ ਨੇ, ਰੈਗੂਲਰ ਹੁੰਦੇ ਨੇ ਜਾਂ ਫਿਰ ਇਸ ਨੂੰ ਲੈ ਕੇ ਕੁਝ ਹੋਰ ਨਿਯਮ ਬਣਾਏ ਗਏ ਨੇ। ਪਹਿਲੀ ਜਿਹੜੀ ਸ਼ਰਤ ਹੈ ਕਿ ਕੈਟਾਗਰੀ ਸੀ ਅਤੇ ਕੈਟਾਗਰੀ ਡੀ ਦੇ ਕਰਮਚਾਰੀ ਹੀ ਇਸ ਪਾਲਿਸੀ ਦਾ ਹਿੱਸਾ ਹੋਣਗੇ ਤੇ 10 ਸਾਲ ਦੀ ਸੇਵਾ, 10 ਸਾਲ ਦੀ ਐਡਹੌਕ ਸੇਵਾ, ਕੱਚੀ ਸੇਵਾ ਜਿਹੜੀ ਹੈ ਕੰਟਰੈਕਚੁਅਲ ਸੇਵਾ ਜਿਨ੍ਹਾਂ ਦੀ ਕਰਮਚਾਰੀਆਂ ਦੀ ਹੋ ਚੁੱਕੀ ਹੋਵੇਗੀ ਉਹਨਾਂ ਕਰਮਚਾਰੀਆਂ ਨੂੰ ਹੀ ਜਿਹੜਾ ਹੈ ਅੱਗੇ ਜਿਹੜਾ ਹੈ ਡਿਪਾਰਟਮੈਂਟ ਪੱਕੇ ਕਰੇਗਾ ਜਾਂ ਫਿਰ ਉਹ ਤਨਖਾਹ ਜਿਹੜੀਆਂ ਨੇ ਰੈਗੂਲਰ ਉਹਨਾਂ ਨੂੰ ਦਿੱਤੀਆਂ ਜਾਣਗੀਆਂ। ਐਡਹੌਕ ਕਰਮਚਾਰੀ, ਕੰਟਰੈਕਚੁਅਲ ਕਰਮਚਾਰੀ, ਡੇਲੀ ਵੇਜ ਕਰਮਚਾਰੀ ਤੇ ਵਰਕ ਚਾਰਜ ਜਿਹੜੇ ਕਰਮਚਾਰੀ ਨੇ ਉਹ ਇਸ ਪਾਲਿਸੀ ਦੇ ਤਹਿਤ ਪੱਕੇ ਹੋਣਗੇ। ਇੱਕ ਵੱਡਾ ਸਵਾਲ ਇਹ ਹੈ ਕਿ ਜਿਹੜੇ ਆਊਟਸੋਰਸ ਕਰਮਚਾਰੀ ਨੇ, ਸੋ ਆਊਟਸੋਰਸ ਕਰਮਚਾਰੀਆਂ ਦਾ ਕੀ? ਆਊਟਸੋਰਸ ਕਰਮਚਾਰੀਆਂ ਦੇ ਲਈ ਇੱਕ ਵੱਖਰੀ ਪਾਲਿਸੀ ਜਾਂ ਇੱਕ ਵੱਖਰੇ ਨਿਯਮ ਸਰਕਾਰ ਜਿਹੜੀ ਇਹ ਕਹਿ ਰਹੀ ਹੈ ਕਿ ਬਣਾਵੇਗੀ, ਪਰ ਇਸ ਪਾਲਿਸੀ ਦੇ ਵਿੱਚ ਕੰਟਰੈਕਚੁਅਲ ਇੰਪਲਾਈ, ਠੇਕਾ ਆਧਾਰਿਤ ਕਰਮਚਾਰੀ ਜਿਹੜੇ ਨੇ ਉਹ ਹਿੱਸਾ ਨਹੀਂ ਹੋਣਗੇ। ਸੋ ਵੱਡੀ ਗੱਲ ਦੋਸਤੋ ਇਸ ਪਾਲਿਸੀ ਦੀ ਇਹ ਹੈ ਕਿ 10 ਸਾਲ ਦੀ ਘੱਟੋ ਘੱਟ ਸੇਵਾ ਇਹਨਾਂ ਕਰਮਚਾਰੀਆਂ ਦੀ ਹੋਣੀ ਚਾਹੀਦੀ ਹੈ ਔਰ ਕੈਟਾਗਰੀ ਸੀ ਔਰ ਕੈਟਾਗਰੀ ਡੀ ਦੇ ਇਹ ਕਰਮਚਾਰੀ ਜਿਹੜੇ ਨੇ ਇਸ ਪਾਲਿਸੀ ਦੇ ਤਹਿਤ ਜਿਹੜੇ ਨੇ ਪੱਕੇ ਕੀਤੇ ਜਾਣਗੇ। ਇਹ ਵੀ ਨਾਲ ਇਸ ਪਾਲਿਸੀ ਦੇ ਵਿੱਚ ਲਿਖਿਆ ਗਿਆ ਹੈ ਕਿ ਕੁਆਲੀਫਿਕੇਸ਼ਨ ਤੇ ਜਿਹੜਾ ਤਜਰਬਾ ਹੈ ਉਹ ਵੀ ਇਹ ਕਰਮਚਾਰੀ ਜੇਕਰ ਪੂਰਾ ਕਰਨਗੇ ਤਾਂ ਹੀ ਉਹਨਾਂ ਨੂੰ ਪੱਕੇ ਕੀਤਾ ਜਾਵੇਗਾ। ਯਾਨੀ ਕਿ ਜੇਕਰ ਕਿਸੇ ਕੰਟਰੈਕਚੁਅਲ ਇੰਪਲਾਈ ਨੂੰ ਕਲਰਕ ਦੀ ਅਸਾਮੀ ਦੇ ਵਿਰੁੱਧ ਪੱਕੇ ਕੀਤਾ ਜਾ ਰਿਹਾ ਤਾਂ ਕਲਰਕ ਦੀ ਅਸਾਮੀ ਦੇ ਲਈ ਜੋ ਕੁਆਲੀਫਿਕੇਸ਼ਨ ਹੋਣੀ ਚਾਹੀਦੀ ਹੈ ਪੰਜਾਬ ਸਰਕਾਰ ਦੇ ਨਿਯਮਾਂ ਦੇ ਮੁਤਾਬਕ, ਜੋ ਤਜਰਬਾ ਹੋਣਾ ਚਾਹੀਦਾ ਹੈ ਉਹ ਜ਼ਰੂਰੀ ਹੈ। ਇਸ ਤੋਂ ਬਾਅਦ ਹੀ ਜਿਹੜਾ ਕਰਮਚਾਰੀਆਂ ਨੂੰ ਪੱਕੇ ਕੀਤਾ ਜਾਵੇਗਾ। ਇਸ ਦੇ ਨਾਲ ਇਹ ਵੀ ਕਿਹਾ ਗਿਆ ਕਿ ਜਿਹੜੀ 10 ਸਾਲ ਦੀ ਸੇਵਾ ਗਿਣੀ ਜਾਵੇਗੀ ਤਾਂ ਹਰ ਸਾਲ ਦੇ ਵਿੱਚ ਘੱਟੋ ਘੱਟ ਜਿਹੜੇ ਕੰਮ ਦੇ ਦਿਨ ਨੇ ਉਹ 240 ਦਿਨ ਜਿਹੜੇ ਨੇ ਉਹ ਜ਼ਰੂਰ ਹੋਣੇ ਚਾਹੀਦੇ ਨੇ ਇਸ ਪਾਲਿਸੀ ਦੇ ਤਹਿਤ ਪੱਕੇ ਹੋਣ ਦੇ ਲਈ। ਪਾਲਿਸੀ ਦੇ ਵਿੱਚ ਕਿਹੜੀਆਂ ਚੀਜ਼ਾਂ ਜਿਹੜੀਆਂ ਨੇ ਉਹ ਹਿੱਸਾ ਨਹੀਂ ਹੋਣਗੀਆਂ। ਸਭ ਤੋਂ ਪਹਿਲਾਂ ਗੱਲ ਕਰ ਦਿੰਦੇ ਹਾਂ ਕਿ ਆਨਰਰੀ ਕਪੈਸਿਟੀ ਜਾਂ ਫਿਰ ਪਾਰਟ ਟਾਈਮ ਜੋ ਕਰਮਚਾਰੀ ਕੰਮ ਕਰ ਰਹੇ ਨੇ ਉਹ ਇਸ ਪਾਲਿਸੀ ਦੇ ਤਹਿਤ ਪੱਕੇ ਨਹੀਂ ਹੋਣਗੇ। ਇਸ ਤੋਂ ਇਲਾਵਾ ਜੋ ਆਲਰੇਡੀ 58 ਸਾਲ ਦੀ ਉਮਰ ਪੂਰੀ ਕਰ ਚੁੱਕੇ ਨੇ ਉਹ ਵੀ ਇਸ ਪਾਲਿਸੀ ਦਾ ਹਿੱਸਾ ਨਹੀਂ ਹੋਣਗੇ। ਆਊਟਸੋਰਸ ਕਰਮਚਾਰੀ, ਜਿਵੇਂ ਕਿ ਤੁਹਾਨੂੰ ਮੈਂ ਪਹਿਲਾਂ ਹੀ ਦੱਸਿਆ, ਇਨਸੈਂਟਿਵ ਤੇ ਜਿਹੜੇ ਕਰਮਚਾਰੀ ਕੰਮ ਕਰ ਰਹੇ ਨੇ ਜਾਂ ਫਿਰ ਉਹ ਕਰਮਚਾਰੀ ਜੋ ਕਿ ਕੁਆਲੀਫਿਕੇਸ਼ਨ, ਜਿਵੇਂ ਕਿ ਮੈਂ ਤੁਹਾਨੂੰ ਦੱਸਿਆ ਕਿ ਕੁਆਲੀਫਿਕੇਸ਼ਨ ਪੂਰੀ ਨਹੀਂ ਕਰਦੇ ਹੋਣਗੇ ਜਾਂ ਫਿਰ ਕਿਸੇ ਕਰਮਚਾਰੀ ਨੂੰ ਕਿਸੇ ਕੋਰਟ ਤੋਂ ਜਿਹੜੀ ਹੈ ਸਜ਼ਾ ਮਿਲੀ ਹੋਵੇਗੀ ਤਾਂ ਉਹ ਵੀ ਕਰਮਚਾਰੀ ਇਸ ਪਾਲਿਸੀ ਦਾ ਹਿੱਸਾ ਨਹੀਂ ਹੋਣਗੇ। ਵੱਡੀ ਗੱਲ ਦੱਸੋ ਮੈਂ ਦੱਸਦਾ ਕਿ ਇਹ ਕਰਮਚਾਰੀ ਪੱਕੇ ਜ਼ਰੂਰ ਕੀਤੇ ਜਾਣਗੇ ਪਰ ਇੱਕ ਸਪੈਸ਼ਲ ਕੈਡਰ ਦੇ ਅਧੀਨ ਜਿਹੜੇ ਨੇ ਇਹ ਪੱਕੇ ਕੀਤੇ ਜਾਣਗੇ। 58 ਸਾਲ ਦੀ ਉਮਰ ਤੱਕ ਇਹ ਉਸ ਸਪੈਸ਼ਲ ਕੈਡਰ ਦੇ ਵਿੱਚ ਕੰਮ ਕਰ ਸਕਣਗੇ। ਸੋ ਇਸ ਦੇ ਲਈ ਇੱਕ ਸਪੈਸ਼ਲ ਪੋਸਟਾਂ ਜਿਹੜੀਆਂ ਕ੍ਰੀਏਟ ਕੀਤੀਆਂ ਜਾਣਗੀਆਂ, ਸਪੈਸ਼ਲ ਕੈਡਰ ਜਿਹੜਾ ਕ੍ਰੀਏਟ ਕੀਤਾ ਜਾਵੇਗਾ। ਇਸ ਦੀ ਹੋਰ ਵੀ ਇੱਕ ਵੱਡੀ ਗੱਲ ਹੈ ਕਿ ਇਹ ਸਪੈਸ਼ਲ ਕੈਡਰ ਦੇ ਵਿੱਚ ਜਿਹੜੇ ਕਰਮਚਾਰੀ ਕੰਮ ਕਰ ਰਹੇ ਹੋਣਗੇ 58 ਸਾਲ ਦੀ ਉਮਰ ਪੂਰੀ ਹੋਣ ਤੋਂ ਬਾਅਦ ਇਹ ਜਿਹੜੀ ਅਸਾਮੀ ਹੈ ਉਹਨਾਂ ਦੀ ਸਪੈਸ਼ਲ ਕੈਡਰ ਜਿਹੜਾ ਹੈ ਉਸ ਨੂੰ ਵੀ ਖਤਮ ਕਰ ਦਿੱਤਾ ਜਾਵੇਗਾ, ਅਬੋਲਿਸ਼ ਕਰ ਦਿੱਤਾ ਜਾਵੇਗਾ। ਇਸ ਪਾਲਿਸੀ ਦੇ ਨਾਲ ਦੋਸਤੋ ਇੱਕ ਐਪਲੀਕੇਸ਼ਨ ਫਾਰਮ ਹੈ, ਉਸ ਨੂੰ ਭਰ ਕੇ ਜਿਹੜਾ ਹੈ ਤੁਸੀਂ ਆਪਣੇ ਸੰਬੰਧਿਤ ਦਫ਼ਤਰ ਨੂੰ ਦੇਣਾ ਹੈ ਔਰ 3 ਮਹੀਨੇ ਦਾ ਸਮਾਂ 16/5/2023 ਨੂੰ ਇਹ ਪਾਲਿਸੀ ਜਾਰੀ ਕੀਤੀ ਗਈ ਹੈ ਤਾਂ ਇਸ ਤੋਂ 3 ਮਹੀਨੇ ਦੇ ਦੌਰਾਨ ਜਿਹੜਾ ਅਗਲੇ 3 ਮਹੀਨੇ ਦੇ ਦੌਰਾਨ ਤੁਸੀਂ ਇਹ ਫਾਰਮ ਜਿਹੜਾ ਭਰ ਕੇ ਦੇਣਾ ਹੋਵੇਗਾ
ਔਰ ਇਸ ਤੋਂ ਬਾਅਦ ਇਹ ਵੀ ਦੱਸਿਆ ਗਿਆ ਕਿ ਜਿੰਨੇ ਵੀ ਫਾਰਮ ਪ੍ਰਾਪਤ ਹੋਣਗੇ ਸੰਬੰਧਿਤ ਦਫ਼ਤਰ ਨੂੰ ਇੱਕ ਸਨਿਆਰਤਾ ਜਿਹੜੀ ਹੈ ਸਨਿਆਰਤਾ ਸੂਚੀ ਬਣਾਈ ਜਾਵੇਗੀ ਜਿਹੜੀ ਸੇਵਾ ਨੂੰ ਲੈ ਕੇ। ਜਿਸ ਵੀ ਕਰਮਚਾਰੀ ਦੀ ਵੱਧ ਸਾਲਾਂ ਦੀ ਸੇਵਾ ਹੋਵੇਗੀ ਉਹ ਸਭ ਤੋਂ ਸੀਨੀਅਰ ਹੋਵੇਗਾ, ਸੋ ਸਭ ਤੋਂ ਪਹਿਲਾਂ ਜਿਹੜਾ ਉਸ ਨੂੰ ਪੱਕੇ ਕੀਤਾ ਜਾਵੇਗਾ ਸਪੈਸ਼ਲ ਕੈਡਰ ਦੇ ਵਿੱਚ। ਔਰ ਜੇਕਰ ਦੋ ਕਰਮਚਾਰੀਆਂ ਦੀ ਬਰਾਬਰ ਸੇਵਾ ਲੈਂਥ ਜਿਹੜੀ ਹੈ ਆਉਂਦੀ ਹੈ ਤਾਂ ਫਿਰ ਉਹਨਾਂ ਦੇ ਵਿੱਚ ਉਮਰ ਦਰਾਜ਼ ਜਿਹੜਾ ਸਭ ਤੋਂ ਜ਼ਿਆਦਾ ਉਮਰ ਦਾ ਹੋਵੇਗਾ ਉਸ ਨੂੰ ਸੀਨੀਅਰ ਮੰਨਿਆ ਜਾਵੇਗਾ। ਇਸ ਦੇ ਨਾਲ ਦੋਸਤੋ ਦੱਸ ਦਈਏ ਕਿ ਹੋਰ ਕਿਹੜੀਆਂ ਕੰਡੀਸ਼ਨਾਂ ਜਿਹੜੀਆਂ ਨੇ ਇੱਥੇ ਲਗਾਈਆਂ ਗਈਆਂ ਨੇ। ਇਹ ਸਾਫ਼ ਕਰ ਦਿੱਤਾ ਗਿਆ ਕਿ ਇਹਨਾਂ ਕਰਮਚਾਰੀਆਂ ਨੂੰ ਰੈਗੂਲਰ ਪੋਸਟਾਂ ਦੇ ਅਧੀਨ ਜਿਹੜਾ ਪੱਕੇ ਨਹੀਂ ਕੀਤਾ ਜਾਵੇਗਾ, ਸਪੈਸ਼ਲ ਕੈਡਰ ਜਿਹੜਾ ਹੈ ਬਣਾਇਆ ਜਾਵੇਗਾ। ਸਰਕਾਰੀ ਕਰਮਚਾਰੀਆਂ ਦੇ ਉੱਪਰ ਜੋ ਕੰਡਕਟ ਰੂਲਸ ਲਗਾਏ ਜਾਂਦੇ ਨੇ ਉਹ ਇਹਨਾਂ ਕਰਮਚਾਰੀਆਂ ਦੇ ਉੱਪਰ ਵੀ ਜਿਹੜੇ ਨੇ ਲਾਗੂ ਹੋਣਗੇ ਔਰ ਇਹਨਾਂ ਦਾ ਕੰਮਕਾਜ ਤਸੱਲੀ ਬਖਸ਼ ਹੋਣ ਤੇ ਹੀ ਜਿਹੜੀ ਹੈ ਇਹਨਾਂ ਦੀ ਸੇਵਾ ਜਿਹੜੀ ਹੈ ਸੇਵਾ ਦੇ ਵਿੱਚ ਵਾਧਾ ਜਿਹੜਾ ਹੈ ਕੀਤਾ ਜਾਵੇਗਾ। ਸੋ ਜੋ ਵੀ ਪੇ ਅਲਾਉਂਸਸ ਜਾਂ ਇਹਨਾਂ ਨੂੰ ਮਿਲਣ ਵਾਲੇ ਭੱਤੇ ਹੋਣਗੇ ਉਸ ਬਾਰੇ ਵੀ ਜਿਹੜਾ ਹੈ ਡਿਪਾਰਟਮੈਂਟ ਹੀ ਫੈਸਲਾ ਜਿਹੜਾ ਹੈ ਲਵੇਗਾ। ਔਰ ਇਸ ਦੇ ਨਾਲ ਦੋਸਤੋ ਇਹ ਵੀ ਦੱਸ ਦਈਏ ਇਸ ਪਾਲਿਸੀ ਦੇ ਆਉਣ ਤੋਂ ਬਾਅਦ ਵੱਡੀ ਗੱਲ ਇਹ ਹੈ ਕਿ ਇਸ ਪਾਲਿਸੀ ਦੇ ਬਾਹਰ ਆਉਣ ਤੋਂ ਬਾਅਦ ਇਹ ਵੀ ਸਖਤ ਹਦਾਇਤਾਂ ਜਿਹੜੀਆਂ ਨੇ ਉਹ ਪੰਜਾਬ ਸਰਕਾਰ ਨੇ ਜਾਰੀ ਕਰ ਦਿੱਤੀਆਂ ਨੇ ਕਿ ਇਸ ਪਾਲਿਸੀ ਦੇ ਬਾਹਰ ਆਉਣ ਤੋਂ ਬਾਅਦ ਕੋਈ ਵੀ ਡਿਪਾਰਟਮੈਂਟ ਇਸ ਤੋਂ ਬਾਅਦ ਕੱਚੇ ਮੁਲਾਜ਼ਮਾਂ ਦੀ ਭਰਤੀ ਜਿਹੜੀ ਹੈ ਨਹੀਂ ਕਰੇਗਾ। ਕੰਟਰੈਕਚੁਅਲ EMPLOYEES, ਐਡਹੌਕ EMPLOYEES, ਵਰਕ ਚਾਰਜ EMPLOYEES, ਟੈਂਪਰੇਰੀ ਬੇਸਿਸ ਤੇ ਕਿਸੇ ਵੀ ਤਰ੍ਹਾਂ ਦੀ ਭਰਤੀ ਨਾ ਕਰਨ ਦੀ ਹਦਾਇਤ ਜਿਹੜੀ ਇਸ ਪਾਲਿਸੀ ਦੇ ਵਿੱਚ ਸਰਕਾਰ ਵੱਲੋਂ ਵੱਖ-ਵੱਖ ਮਹਿਕਮਿਆਂ ਨੂੰ ਦੇ ਦਿੱਤੀ ਗਈ ਹੈ। ਸੋ ਸਕਰੀਨ ਤੇ ਤੁਸੀਂ ਦੋਸਤੋ ਇਹ ਅਨੈਕਸ਼ਰ ਵੀ ਦੇਖ ਸਕਦੇ ਹੋ। ਜਿੰਨੇ ਵੀ ਸੰਬੰਧਿਤ ਦਫ਼ਤਰਾਂ ਦੇ ਵਿੱਚ ਕਰਮਚਾਰੀ ਨੇ ਜੋ ਕਿ ਕੱਚੇ ਮੁਲਾਜ਼ਮ ਨੇ ਜੋ ਇਸ ਪਾਲਿਸੀ ਦਾ ਜਿਹੜਾ ਹੈ ਉਹ ਹਿੱਸਾ ਹੋ ਸਕਦੇ ਨੇ, ਜੋ ਕਰਮਚਾਰੀ ਇਸ ਪਾਲਿਸੀ ਦੇ ਵਿੱਚ ਦੱਸੀਆਂ ਗਈਆਂ ਸ਼ਰਤਾਂ ਨੂੰ ਪੂਰਾ ਕਰਦੇ ਨੇ ਉਹ ਇਸ ਫਾਰਮ ਨੂੰ ਭਰ ਕੇ ਜਿਹੜਾ ਹੈ ਅਪਲਾਈ ਕਰ ਸਕਦੇ ਨੇ। ਮੈਂ ਦੱਸਦਾ ਕਿ 3 ਮਹੀਨੇ ਦਾ ਸਮਾਂ ਸਰਕਾਰ ਵੱਲੋਂ ਦਿੱਤਾ ਗਿਆ ਹੈ ਔਰ ਜੇਕਰ ਤੁਸੀਂ ਇਸ ਪਾਲਿਸੀ ਦਾ ਹਿੱਸਾ ਬਣਦੇ ਹੋ ਯਾਨੀ ਕਿ ਇਸ ਪਾਲਿਸੀ ਦੀਆਂ ਸ਼ਰਤਾਂ ਪੂਰੀਆਂ ਕਰਦੇ ਹੋ ਤਾਂ ਤੁਸੀਂ ਅਪਲਾਈ ਕਰ ਸਕਦੇ ਹੋ। ਔਰ ਇਸ ਡਿਟੇਲ ਪਾਲਿਸੀ ਨੂੰ ਜੇਕਰ ਤੁਸੀਂ ਪੜ੍ਹਨਾ ਹੈ ਤਾਂ ਇਸ ਵੀਡੀਓ ਦੇ ਡਿਸਕ੍ਰਿਪਸ਼ਨ 'ਚ ਜਾ ਕੇ ਤੁਸੀਂ ਇਹ ਪਾਲਿਸੀ ਜਿਹੜੀ ਹੈ ਡਾਊਨਲੋਡ ਕਰ ਸਕਦੇ ਹੋ। ਸੋ ਆਸ ਕਰਦੇ ਹਾਂ ਦੋਸਤੋ ਕਿ ਅੱਜ ਦੀ ਵੀਡੀਓ ਤੇ ਅਪਡੇਟ ਤੁਹਾਨੂੰ ਵਧੀਆ ਲੱਗੀ ਹੋਵੇਗੀ। ਵਧੀਆ ਲੱਗੀ ਤਾਂ ਇਸ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ। ਸਾਡੇ ਚੈਨਲ ਤੇ ਆ ਰਹੀਆਂ ਵੀਡੀਓਜ਼ ਤੁਹਾਨੂੰ ਵਧੀਆ ਲੱਗ ਰਹੀਆਂ ਤਾਂ ਸਾਡਾ ਚੈਨਲ ਵੀ ਸਬਸਕ੍ਰਾਈਬ ਕਰ ਦਿਓ। ਬਸ ਇਸੇ ਤਰ੍ਹਾਂ ਹੀ ਜੁੜੇ ਰਹੋ, ਇਸੇ ਤਰ੍ਹਾਂ ਹੀ ਸਾਡਾ ਹੌਸਲਾ ਵਧਾਉਂਦੇ ਰਹੋ। ਮਿਲਦੇ ਹਾਂ ਅਗਲੀ ਵੀਡੀਓ ਦੇ ਵਿੱਚ। ਧੰਨਵਾਦ।